ਸਵਾਗਤ ਹੈ ਜੀ ਤੁਹਾਡਾ ਆਪਣੀ ਅਗਲੀ ਵੀਡੀਓ ਦੇ ਵਿੱਚ। ਅੱਜ ਆਪਾਂ ਸ਼ੁਰੂ ਕਰਨ ਲੱਗੇ 61ਵੇਂ ਪ੍ਰਸ਼ਨ ਤੋਂ। ਅਗਲਾ ਪ੍ਰਸ਼ਨ ਹੈ, ਇੱਕ ਸਮੇਂ ਦੇ ਰਾਸ਼ਟਰਪਤੀ ਸ਼ਾਸਨ ਇੱਕ ਰਾਜ ਉੱਤੇ ਵੱਧ ਤੋਂ ਵੱਧ ਕਿੰਨੀ ਅਵਧੀ ਲਈ ਲਗਾਇਆ ਜਾ ਸਕਦਾ ਹੈ? ਉਹ ਲਗਾਇਆ ਜਾ ਸਕਦਾ ਜੀ 1 ਸਾਲ ਦੇ ਵਾਸਤੇ। ਰਾਸ਼ਟਰਪਤੀ ਸ਼ਾਸਨ ਹੈ ਜਾਂ ਪ੍ਰੈਜ਼ੀਡੈਂਟਸ ਰੂਲ ਹੈ ਜਾਂ ਸਟੇਟ ਐਮਰਜੈਂਸੀ ਆ, ਉਹ ਕਿਹੜੇ ਆਰਟੀਕਲ ਦੇ ਵਿੱਚ ਆਉਂਦੀ ਹੈ? 356 ਆਰਟੀਕਲ ਦੇ ਵਿੱਚ। ਜਿਵੇਂ ਕਿ ਆਪਾਂ ਦੇਖ ਰਹੇ ਹਾਂ, ਜਿਹੜਾ ਕਿ ਨੈਸ਼ਨਲ ਐਮਰਜੈਂਸੀ ਆ, ਆਰਟੀਕਲ 352 ਦੇ ਵਿੱਚ ਆਉਂਦੀ ਹੈ। ਅਤੇ 356 ਆਰਟੀਕਲ ਦੇ ਵਿੱਚ ਆਉਂਦਾ ਜੀ ਪ੍ਰੈਜ਼ੀਡੈਂਟਸ ਰੂਲ, ਰਾਸ਼ਟਰਪਤੀ ਸ਼ਾਸਨ ਜਾਂ ਸਟੇਟ ਐਮਰਜੈਂਸੀ। ਅਤੇ ਫਾਈਨੈਂਸ਼ੀਅਲ ਐਮਰਜੈਂਸੀ ਆ ਆਰਟੀਕਲ 360 ਦੇ ਵਿੱਚ। ਠੀਕ ਹੈ ਜੀ। ਅਗਲਾ ਕੁਐਸਚਨ ਦੇਖਦੇ ਹਾਂ, ਭਾਰਤ ਵਿੱਚ ਯੋਜਨਾ ਕਮਿਸ਼ਨ ਦੇ ਚੇਅਰਮੈਨ ਕੌਣ ਹੁੰਦੇ ਨੇ? ਉਹ ਹੁੰਦੇ ਨੇ ਪ੍ਰਧਾਨ ਮੰਤਰੀ। ਯੋਜਨਾ ਕਮਿਸ਼ਨ ਦਾ ਨਾਮ ਬਦਲ ਕੇ ਹੁਣ ਨੀਤੀ ਆਯੋਗ ਰੱਖ ਦਿੱਤਾ ਹੈ। ਨੀਤੀ ਆਯੋਗ ਦਾ ਮਤਲਬ ਹੈ ਨੈਸ਼ਨਲ ਇੰਸਟੀਟਿਊਸ਼ਨ ਫਾਰ ਟਰਾਂਸਫਾਰਮਿੰਗ ਇੰਡੀਆ, ਜਿਸ ਦੇ ਚੇਅਰਮੈਨ ਹੁੰਦੇ ਨੇ ਪ੍ਰਧਾਨ ਮੰਤਰੀ। ਅਤੇ ਇਸ ਦਾ ਜੋ ਵਾਈਸ ਚੇਅਰਮੈਨ ਹੈ ਉਹ ਹੈਗੇ ਨੇ ਰਾਜੀਵ ਕੁਮਾਰ। ਠੀਕ ਹੈ ਜੀ। ਚੱਲਦੇ ਹਾਂ ਅਗਲੇ ਕੁਐਸਚਨ ਵੱਲ। 63ਵਾਂ ਕੁਐਸਚਨ ਹੈ, ਜਦੋਂ ਸੰਸਦ ਦਾ ਸੈਸ਼ਨ ਨਹੀਂ ਹੁੰਦਾ ਤਾਂ ਰਾਸ਼ਟਰਪਤੀ ਇੱਕ ਆਰਡੀਨੈਂਸ ਜਾਰੀ ਕਰ ਸਕਦੇ ਹਨ, ਜੋ ਕਿੰਨੇ ਸਮੇਂ ਦੇ ਅੰਦਰ ਅੰਦਰ ਪ੍ਰਵਾਨਗੀ ਦੇਣੀ ਜ਼ਰੂਰੀ ਹੁੰਦੀ ਹੈ? ਤਾਂ ਸੰਸਦ ਦੇ ਬੈਠਣ ਤੋਂ ਪਹਿਲਾਂ 6 ਹਫ਼ਤੇ ਪਹਿਲਾਂ, ਠੀਕ ਹੈ ਜੀ, 6 ਹਫ਼ਤੇ ਪਹਿਲਾਂ ਉਸ ਨੂੰ ਮਨਜ਼ੂਰੀ ਦੇਣੀ ਜ਼ਰੂਰੀ ਹੁੰਦੀ ਹੈ। ਆਰਡੀਨੈਂਸ ਕਿੰਨੇ ਆਰਟੀਕਲ ਦੇ ਵਿੱਚ ਆਉਂਦਾ ਹੈ? ਇਹ ਹੈਗੀ 1, 2, 3 ਮਤਲਬ ਕਿ 123 ਆਰਟੀਕਲ ਹੈ ਜਿਹੜਾ ਉਹ ਆਰਡੀਨੈਂਸ ਨਾਲ ਡੀਲ ਕਰਦਾ ਹੈ। ਠੀਕ ਹੈ ਜੀ। ਰਾਸ਼ਟਰਪਤੀ ਦੁਆਰਾ ਇਹ ਕੀਤਾ ਜਾਂਦਾ ਹੈ, ਆਰਡੀਨੈਂਸ ਜਾਰੀ ਕੀਤਾ ਜਾਂਦਾ ਹੈ। ਅਗਲਾ ਕੁਐਸਚਨ ਦੇਖਦੇ ਹਾਂ ਜੀ, ਭਾਰਤ ਦੇ ਵਿੱਚ ਰਾਸ਼ਟਰਪਤੀ ਦੀ ਜਿਹੜੀ ਚੋਣ ਹੈ ਉਹਦੇ ਵਿੱਚ 94 ਕਾਲਜ ਬਣਾਏ ਜਾਂਦੇ ਨੇ। ਅਤੇ ਉਸ ਦੇ ਵਿੱਚ ਸ਼ਾਮਿਲ ਕੌਣ ਕੌਣ ਹੁੰਦੇ ਨੇ? ਉਸ ਦੇ ਵਿੱਚ ਸ਼ਾਮਿਲ ਹੁੰਦੇ ਨੇ ਸੰਸਦ ਦੇ ਰਾਜ ਵਿਧਾਨ ਸਭਾਵਾਂ ਦੇ ਦੋਵਾਂ ਸਦਨਾਂ ਦੇ ਚੁਣੇ ਹੋਏ ਮੈਂਬਰ। ਠੀਕ ਹੈ ਜੀ। ਇੱਥੇ ਧਿਆਨ ਰੱਖਣਾ, ਚੁਣੇ ਹੋਏ ਮੈਂਬਰ ਹੁੰਦੇ ਨੇ, ਨਾ ਕਿ ਨੋਮੀਨੇਟਡ ਜਾਂ ਨੋਮੀਨੇਟ ਕੀਤੇ ਹੁੰਦੇ ਨੇ। ਜਿਵੇਂ ਕਿ ਤੁਸੀਂ ਇਸ ਦੇ ਵਿੱਚ ਦੇਖ ਸਕਦੇ ਹੋ, ਇਸ ਦੇ ਵਿੱਚ ਕੌਣ ਕੌਣ ਇਲੈਕਟ ਕਰ ਸਕਦਾ ਪ੍ਰੈਜ਼ੀਡੈਂਟ ਨੂੰ? ਉਹ ਕਹਿੰਦੇ ਮੈਂਬਰਸ ਆਫ ਲੋਕ ਸਭਾ ਐਂਡ ਰਾਜ ਸਭਾ, ਮੈਂਬਰਸ ਆਫ ਸਟੇਟ ਅਸੈਂਬਲੀਜ਼, ਲੈਜਿਸਲੇਚਰ ਫਰੋਮ NCT ਦਿੱਲੀ ਦੇ, ਅਤੇ ਯੂਨੀਅਨ ਟੈਰੀਟਰੀ ਪੁਡੂਚੇਰੀ ਦੇ ਜਿਹੜੇ ਮੈਂਬਰਸ ਨੇ ਉਹ ਨੇ ਜਿਹੜੇ ਪ੍ਰੈਜ਼ੀਡੈਂਟ ਦੀ ਵੋਟਿੰਗ ਦੇ ਵਿੱਚ ਵੋਟ ਪਾਉਂਦੇ ਨੇ। ਠੀਕ ਹੈ ਜੀ। ਚੱਲਦੇ ਹਾਂ ਅਗਲੇ ਕੁਐਸਚਨ ਵੱਲ। ਜੇ ਭਾਰਤ ਦੇ ਰਾਸ਼ਟਰਪਤੀ ਦਾ ਦਫ਼ਤਰ ਖਾਲੀ ਹੋ ਜਾਂਦਾ ਹੈ ਤਾਂ ਅਗਲੇ ਰਾਸ਼ਟਰਪਤੀ ਨੂੰ ਕਿਸ ਸਮੇਂ ਦੇ ਅੰਦਰ ਅੰਦਰ ਇਲੈਕਟ ਚੁਣਿਆ ਜਾਂਦਾ ਹੈ? ਉਹ ਕੀਤਾ ਜਾਂਦਾ ਜੀ 6 ਮਹੀਨਿਆਂ ਦੇ ਵਿੱਚ। ਅਗਲਾ ਕੁਐਸਚਨ ਦੇਖਦੇ ਹਾਂ ਜੀ 66ਵਾਂ, ਰਾਸ਼ਟਰਪਤੀ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਸਕਦਾ ਹੈ? ਕਿਹਨਾਂ ਸਥਿਤੀਆਂ ਦੇ ਵਿੱਚ ਰਾਸ਼ਟਰਪਤੀ ਐਮਰਜੈਂਸੀ ਲਗਾ ਸਕਦਾ ਹੈ? ਦੇਸ਼ ਦੀ ਵਿੱਤੀ ਸਥਿਰਤਾ ਲਈ ਖਤਰਾ ਹੋਵੇ, ਜਦੋਂ ਫਾਈਨੈਂਸ਼ੀਅਲ ਸਟੈਬਿਲਿਟੀ ਨਾ ਹੋਵੇ। ਦੂਜਾ ਆਪਸ਼ਨ ਹੈ ਬਾਹਰੀ ਹਮਲਾਵਰ ਜਾਂ ਅੰਦਰੂਨੀ ਗੜਬੜੀ ਦੇਸ਼ ਦੀ ਸੁਰੱਖਿਆ ਲਈ ਖਤਰਾ ਬਣ ਜਾਵੇ, ਐਕਸਟਰਨਲ ਜਾਂ ਇੰਟਰਨਲ ਐਗਰੈਸ਼ਨ ਹੋਵੇ ਉਦੋਂ, ਜਾਂ ਕਿਸੇ ਵਿਸ਼ੇਸ਼ ਰਾਜ ਵਿੱਚ ਸੰਵਿਧਾਨਕ ਮਸ਼ੀਨਰੀ ਦੀ ਅਸਫਲਤਾ, ਜਾਂ ਕਿਸੇ ਵੀ ਰਾਜ ਦੇ ਵਿੱਚ ਸਟੇਟ ਗੌਰਮੈਂਟ ਹੈ ਜਿਹੜੀ ਉਹ ਸਫਲ ਨਹੀਂ ਹੋ ਰਹੀ ਸਰਕਾਰ ਚਲਾਉਣ ਦੇ ਵਿੱਚ ਉਦੋਂ। ਤਾਂ ਸਹੀ ਆਨਸਰ ਹੈ ਇਹ ਸਾਰੇ ਆਉਣਗੇ। ਇਹ ਤੁਹਾਨੂੰ ਦੱਸ ਹੀ ਦਿੱਤਾ ਪਹਿਲਾਂ। 352 ਦੇ ਵਿੱਚ ਜੋ ਬਾਹਰੀ ਹਮਲਾ ਹੋਵੇ ਜਾਂ ਅੰਦਰੂਨੀ ਗੜਬੜੀ ਹੋਵੇ, ਦੇਸ਼ ਦੀ ਸੁਰੱਖਿਆ ਲਈ ਖਤਰਾ ਹੋਵੇ, 352 ਲੱਗਦੀ ਹੈ। 356 ਦੇ ਵਿੱਚ ਜਦੋਂ ਸਟੇਟ ਆਪਣੀ ਜਿਹੜੀ ਸੰਵਿਧਾਨਕ ਮਸ਼ੀਨਰੀ ਹੈ ਉਹਨੂੰ ਚਲਾਉਣ 'ਚ ਅਸਫਲ ਹੋ ਜਾਂਦੀ ਹੈ, ਆਪਣੀ ਗੌਰਮੈਂਟ ਨੂੰ ਚਲਾਉਣ ਦੇ ਵਿੱਚ ਅਸਫਲ ਹੋ ਜਾਂਦੀ ਹੈ, ਤਾਂ ਉਸ ਵੇਲੇ 356 ਆਰਟੀਕਲ ਦੇ ਤਹਿਤ ਪ੍ਰੈਜ਼ੀਡੈਂਟ ਦਾ ਰੂਲ ਜਾਂ ਸਟੇਟ ਐਮਰਜੈਂਸੀ ਲੱਗਦੀ ਹੈ। ਅਤੇ ਫਾਈਨੈਂਸ਼ੀਅਲ ਐਮਰਜੈਂਸੀ 360 ਆਰਟੀਕਲ ਦੇ ਨਾਲ। ਅਗਲਾ ਕੁਐਸਚਨ ਦੇਖਦੇ ਹਾਂ 68ਵਾਂ, ਭਾਰਤੀ ਰਾਸ਼ਟਰਪਤੀ ਕੀ ਹੈ? ਭਾਰਤੀ ਰਾਸ਼ਟਰਪਤੀ ਅਸਲੀ ਕਾਰਜਕਾਰੀ ਵੀ ਹੈ ਅਤੇ ਟਿਟੂਲਰ ਵੀ ਹੈ, ਮਤਲਬ ਕਿ ਇੱਕ ਨਕਲੀ ਵੀ ਹੈ, ਜਿਸ ਦੇ ਨਾਮ ਉੱਤੇ ਸਰਕਾਰ ਚਲਾਈ ਜਾਂਦੀ ਹੈ ਜਾਂ ਦੇਸ਼ ਚਲਾਇਆ ਜਾਂਦਾ ਹੈ, ਸਾਰੇ ਰੂਲ ਬਣਦੇ ਨੇ। ਠੀਕ ਹੈ ਜੀ। ਕਿਉਂਕਿ ਰਾਸ਼ਟਰਪਤੀ ਜਿਹੜਾ ਆਰਮੀ, ਏਅਰ ਫੋਰਸ ਅਤੇ ਨੇਵੀ ਦੀਆਂ ਜਿਹੜੀਆਂ ਅਪੁਆਇੰਟਮੈਂਟਸ ਨੇ ਜਿਹੜੀਆਂ ਉਹ ਆਪ ਕਰਦਾ, UPSC ਦੇ, ਅਤੇ ਗਵਰਨਰਸ ਨੇ ਜੋ ਉਹਨਾਂ ਦੀ ਅਪੁਆਇੰਟਮੈਂਟ ਕਰਦਾ। ਅਤੇ ਪਰ ਸਰਕਾਰ ਚਲਾਈ ਜਾਂਦੀ ਹੈ ਪ੍ਰਾਈਮ ਮਿਨਿਸਟਰ ਦੁਆਰਾ, ਰੂਲ ਬਣਾਏ ਜਾਂਦੇ ਨੇ ਪਾਰਲੀਮੈਂਟ ਦੁਆਰਾ। ਪ੍ਰੈਜ਼ੀਡੈਂਟ ਸਿਰਫ ਉਹਨਾਂ ਦੇ ਉੱਤੇ ਸਾਈਨ ਕਰਕੇ ਉਹਨਾਂ ਨੂੰ ਅਪਰੂਵ ਕਰਦਾ ਹੈ ਅਤੇ ਉਹਨਾਂ ਨੂੰ ਪਾਸ ਕਰਦਾ ਹੈ। ਠੀਕ ਹੈ ਜੀ। ਇਹ ਇੱਕ ਨਾਮ ਮਾਤਰ ਦਾ ਕਾਰਜਕਾਰੀ ਹੈ, ਜਦੋਂ ਉਹ ਸੰਵਿਧਾਨ ਦੇ ਅਨੁਸਾਰ ਪਾਰਲੀਮੈਂਟ ਦੇ ਵਿੱਚ ਬਣਾਏ ਗਏ ਕਾਨੂੰਨ ਨੂੰ ਸਿਰਫ ਸਾਈਨ ਕਰਕੇ ਅਪਰੂਵ ਕਰਦਾ। ਪਰ ਜਦੋਂ ਉਹ ਅਪਾਇੰਟਮੈਂਟ ਕਰਦਾ ਹੈ, ਡਾਇਰੈਕਟ ਅਪਾਇੰਟਮੈਂਟ ਕਰਦਾ ਹੈ UPSC ਦੇ ਚੇਅਰਮੈਨ ਦੀ, ਨੇਵੀ, ਏਅਰ ਫੋਰਸ ਅਤੇ ਆਰਮੀ ਦੀਆਂ ਅਪਾਇੰਟਮੈਂਟਸ ਕਰਦਾ। ਠੀਕ ਹੈ ਜੀ। ਅਗਲਾ ਕੁਐਸਚਨ ਦੇਖਦੇ ਹਾਂ ਜੀ
69ਵਾਂ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਲਈ ਘੱਟੋ ਘੱਟ ਉਮਰ ਲੋੜੀਂਦੀ ਹੈ। ਕਿੰਨੀ ਉਮਰ ਚਾਹੀਦੀ ਹੈ ਭਾਰਤ ਵਿੱਚ ਪ੍ਰਧਾਨ ਮੰਤਰੀ ਬਣਨ ਲਈ? 25 ਸਾਲ। ਅਤੇ ਸਭ ਤੋਂ ਛੋਟੀ ਉਮਰ ਦਾ ਪ੍ਰਧਾਨ ਮੰਤਰੀ ਹੁਣ ਤੱਕ ਕੌਣ ਹੈ ਜੀ? ਨਾਮ ਉਸਦਾ ਨਾਮ ਹੈ ਰਾਜੀਵ ਗਾਂਧੀ। ਰਾਜੀਵ ਗਾਂਧੀ ਸੀ ਉਹ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਮੰਤਰੀ ਸੀਗੇ। ਰਾਸ਼ਟਰਪਤੀ ਨੂੰ ਸੰਵਿਧਾਨ ਦੀ ਉਲੰਘਣਾ ਕਰਨ 'ਤੇ ਅਹੁਦੇ ਤੋਂ ਹਟਾ ਦਿੱਤਾ ਜਾਂਦਾ। ਕਿਵੇਂ ਹਟਾਇਆ ਜਾਂਦਾ ਜੀ? ਕਿਹੜੇ ਪ੍ਰਕਿਰਿਆ ਦੇ ਤਹਿਤ ਹਟਾਇਆ ਜਾਂਦਾ? ਮਹਾਦੋਸ਼ ਦੀ ਜੋ ਇੰਪੀਚਮੈਂਟ ਹੈ ਆਰਟੀਕਲ 61 61 ਦੇ ਨਾਲ ਇੰਪੀਚਮੈਂਟ ਦਾ ਜਿਹੜਾ ਪ੍ਰੋਸੀਜਰ ਹੈ ਉਹ ਚਲਾਇਆ ਜਾਂਦਾ। ਠੀਕ ਹੈ ਜੀ। ਪਾਰਲੀਮੈਂਟ ਦੇ ਵਿੱਚ 14 ਦਿਨ ਪਹਿਲਾਂ ਪ੍ਰੈਜ਼ੀਡੈਂਟ ਨੂੰ ਨੋਟਿਸ ਦਿੱਤਾ ਜਾਂਦਾ ਅਤੇ ਉਸ ਤੋਂ ਬਾਅਦ ਉਸ ਦੇ ਉੱਤੇ ਮਹਾਦੋਸ਼ ਇੰਪੀਚਮੈਂਟ ਦਾ ਜਿਹੜਾ ਪ੍ਰੋਸੀਡਿੰਗ ਹੈ ਉਹ ਚੱਲਦੀ। 71ਵਾਂ ਕੁਐਸਚਨ ਦੇਖਦੇ ਹਾਂ। ਹੇਠ ਲਿਖੀਆਂ ਸਥਿਤੀਆਂ ਵਿੱਚੋਂ ਕਿਹੜਾ ਰਾਸ਼ਟਰਪਤੀ ਆਪਣੀ ਮਰਜ਼ੀ ਨਾਲ ਕੰਮ ਕਰਦਾ ਹੈ? ਉਹ ਕਿਹੜੀ ਸਥਿਤੀ ਹੈ ਜਦੋਂ ਰਾਸ਼ਟਰਪਤੀ ਆਪਣੀ ਮਰਜ਼ੀ ਨਾਲ ਕੰਮ ਕਰਦਾ? ਠੀਕ ਹੈ ਜੀ। ਉਦੋਂ ਕਰਦਾ ਹੈ ਮੰਤਰੀ ਮੰਡਲ ਨੂੰ ਮੁੜ ਵਿਚਾਰ ਲਈ ਇੱਕ ਪ੍ਰਸਤਾਵ ਵਾਪਸ ਕਰਨ ਵੇਲੇ। ਇਹਦਾ ਮਤਲਬ ਇਹ ਹੈ ਜੀ ਜਦੋਂ ਪਾਰਲੀਮੈਂਟ ਦੇ ਵਿੱਚ ਕੋਈ ਬਿੱਲ ਪਾਸ ਹੋ ਜਾਂਦਾ ਉਹ ਪ੍ਰੈਜ਼ੀਡੈਂਟ ਦੇ ਕੋਲ ਜਾਂਦਾ ਸਾਈਨ ਹੋਣ ਲਈ, ਅਪਰੂਵ ਹੋਣ ਲਈ, ਇੱਕ ਬਿੱਲ ਤੋਂ ਐਕਟ ਬਣਨ ਲਈ। ਠੀਕ ਹੈ ਜੀ। ਜਦੋਂ ਰਾਸ਼ਟਰਪਤੀ ਉਸ ਦੇ ਉੱਤੇ ਸਾਈਨ ਕਰ ਦਿੰਦਾ ਤਾਂ ਬਿੱਲ ਹੈ ਜਿਹੜਾ ਉਹ ਐਕਟ ਬਣ ਜਾਂਦਾ। ਪਰ ਪ੍ਰੈਜ਼ੀਡੈਂਟ ਦੀ ਇਹ ਮਰਜ਼ੀ ਹੈ ਇੱਕ ਵਾਰ, ਸਿਰਫ ਪਹਿਲੀ ਵਾਰ, ਕਿ ਉਹ ਉਸ ਬਿੱਲ ਨੂੰ ਵਾਪਸ ਭੇਜ ਸਕਦਾ ਮੁੜ ਵਿਚਾਰ ਲਈ। ਅਤੇ ਜੇ ਦੁਬਾਰਾ ਉਹ ਬਿੱਲ ਪਾਸ ਕਰਕੇ ਪਾਰਲੀਮੈਂਟ ਪ੍ਰੈਜ਼ੀਡੈਂਟ ਕੋਲ ਭੇਜ ਦਿੰਦੀ ਹੈ ਤਾਂ ਪ੍ਰੈਜ਼ੀਡੈਂਟ ਨੂੰ ਦੂਜੀ ਵਾਰ ਸਾਈਨ ਕਰਨੇ ਹੀ ਪੈਂਦੇ ਹਨ। ਠੀਕ ਹੈ ਜੀ। ਪਹਿਲੀ ਵਾਰ ਉਸ ਦੀ ਮਰਜ਼ੀ ਚੱਲਦੀ ਹੈ, ਦੂਜੀ ਵਾਰ ਨਹੀਂ ਚੱਲਦੀ। ਠੀਕ ਹੈ ਜੀ। ਅਗਲਾ ਕੁਐਸਚਨ ਦੇਖਦੇ ਹਾਂ। ਪ੍ਰਧਾਨ ਮੰਤਰੀ, ਕੇਂਦਰੀ ਕੈਬਨਿਟ ਮੰਤਰੀ, ਮੁੱਖ ਮੰਤਰੀ ਅਤੇ ਮੰਤਰੀ ਮੰਡਲ ਸਾਰੇ ਕੀ ਨੇ? ਇਹ ਹੁੰਦੇ ਨੇ ਜੀ ਰਾਸ਼ਟਰੀ ਵਿਕਾਸ ਪਰਿਸ਼ਦ ਦੇ ਮੈਂਬਰ ਹੁੰਦੇ ਨੇ। ਠੀਕ ਹੈ ਜੀ। ਪ੍ਰਧਾਨ ਮੰਤਰੀ, ਕੈਬਨਿਟ ਮੰਤਰੀ, ਮੁੱਖ ਮੰਤਰੀ ਅਤੇ ਮੰਤਰੀ ਮੰਡਲ ਦੇ ਸਾਰੇ ਜਿਹੜੇ ਮੈਂਬਰ ਨੇ ਉਹ ਰਾਸ਼ਟਰੀ ਵਿਕਾਸ ਪਰਿਸ਼ਦ ਦੇ ਮੈਂਬਰ ਹੁੰਦੇ ਹਨ। ਨੈਸ਼ਨਲ ਡਿਵੈਲਪਮੈਂਟ ਕੌਂਸਲ ਦੇ। ਕਿਸੇ ਰਾਜ ਵਿੱਚ ਰਾਸ਼ਟਰਪਤੀ ਦੇ ਸ਼ਾਸਨ ਦਾ ਅਰਥ ਹੈ ਕਿ ਰਾਜ ਵਿੱਚ ਕੌਣ ਰਾਜ ਕਰਦਾ ਹੈ। ਠੀਕ ਹੈ। ਕੌਣ ਰਾਜ ਕਰੂਗਾ? ਜਦੋਂ ਰਾਸ਼ਟਰਪਤੀ ਸ਼ਾਸਨ ਲੱਗ ਜਾਂਦਾ ਰਾਜਪਾਲ, ਕਿਉਂਕਿ ਸਟੇਟ ਦੇ ਵਿੱਚ ਗਵਰਨਰ ਹੁੰਦਾ ਤਾਂ ਗਵਰਨਰ ਜਦੋਂ ਐਕਸ਼ਨ ਦੇ ਵਿੱਚ ਆ ਜਾਂਦਾ ਜਦੋਂ ਪ੍ਰੈਜ਼ੀਡੈਂਟ ਦਾ ਰੂਲ ਲੱਗ ਜਾਂਦਾ। ਠੀਕ ਹੈ। ਸਟੇਟ ਦੇ ਵਿੱਚ ਐਮਰਜੈਂਸੀ ਕਿਹੜੇ ਆਰਟੀਕਲ ਦੇ ਨਾਲ ਲੱਗਦੀ ਹੈ? 356 ਦੇ ਨਾਲ। ਠੀਕ ਹੈ ਜੀ। 356 ਦੇ ਵਿੱਚ ਸਟੇਟ ਐਮਰਜੈਂਸੀ ਦਾ ਜਾਂ ਪ੍ਰੈਜ਼ੀਡੈਂਟਸ ਰੂਲ ਹੈ ਉਹ ਦੱਸਿਆ ਗਿਆ। ਅਗਲਾ ਕੁਐਸਚਨ ਦੇਖਦੇ ਹਾਂ। ਇੱਕ ਕੇਂਦਰੀ ਸ਼ਾਸਿਤ ਪ੍ਰਦੇਸ਼ ਦਾ ਮੁੱਖ ਮੰਤਰੀ ਜਦੋਂ ਬਣਾਇਆ ਜਾਂਦਾ ਠੀਕ ਹੈ ਜੀ, ਇਹੀ ਸਥਿਤੀ ਹੁੰਦੀ ਹੈ ਤਾਂ ਉਹ ਕਿਸ ਦੁਆਰਾ ਨਿਯੁਕਤ ਕੀਤਾ ਜਾਂਦਾ? ਉਹਨਾਂ ਨੂੰ ਨਿਯੁਕਤ ਕੌਣ ਕਰਦਾ ਹੈ? ਸੈਂਟਰ ਦੇ ਵਿੱਚ ਪ੍ਰਾਈਮ ਮਿਨਿਸਟਰ ਨੂੰ ਪ੍ਰੈਜ਼ੀਡੈਂਟ ਕਰਦਾ। ਤਾਂ ਜਦੋਂ ਕਿਸੇ ਵੀ ਯੂਟੀ ਦੇ ਵਿੱਚ, ਸਟੇਟ ਨਹੀਂ ਹੈ ਯੂਟੀ ਹੈ, ਯੂਨੀਅਨ ਟੈਰੀਟਰੀ, ਕੇਂਦਰੀ ਸ਼ਾਸਿਤ ਪ੍ਰਦੇਸ਼, ਤਾਂ ਉੱਥੇ ਕੌਣ ਹੁੰਦਾ ਜੋ ਮੁੱਖ ਮੰਤਰੀ ਜਾਂ CM ਹੈ ਉਹਨੂੰ ਅਪਾਇੰਟ ਕਰਦਾ? ਉਹ ਹੁੰਦਾ ਜੀ ਉਪ ਰਾਜਪਾਲ, ਜਿਹਨੂੰ ਲੈਫਟੀਨੈਂਟ ਗਵਰਨਰ ਵੀ ਕਹਿੰਦੇ ਨੇ, ਜਿਵੇਂ ਕਿ ਦਿੱਲੀ ਦੇ ਅਤੇ ਪੁਡੂਚੇਰੀ ਦੇ ਵਿੱਚ। ਠੀਕ ਹੈ ਜੀ। ਅਗਲਾ ਕੁਐਸਚਨ ਦੇਖਦੇ ਹਾਂ। ਭਾਰਤ ਦੇ ਸੰਵਿਧਾਨ ਦੇ ਕਿਹੜੇ ਆਰਟੀਕਲ ਦੇ ਤਹਿਤ ਰਾਸ਼ਟਰਪਤੀ ਪ੍ਰਸ਼ਾਸਨ ਦਾ ਕਾਰਜਭਾਰ ਸੰਭਾਲ ਸਕਦੇ ਹਨ ਜੇ ਕਿਸੇ ਰਾਜ ਦੀ ਸੰਵਿਧਾਨਕ ਮਸ਼ੀਨਰੀ ਟੁੱਟ ਜਾਂਦੀ ਹੈ? ਇਸ ਦਾ ਮਤਲਬ ਇਹ ਹੈ ਜਦੋਂ ਕੋਈ ਸਟੇਟ ਗੌਰਮੈਂਟ ਹੈ ਆਪਣਾ ਕੰਮ ਸਹੀ ਤਰੀਕੇ ਨਾਲ, ਜਾਂ ਸਟੇਟ ਗੌਰਮੈਂਟ ਤੋਂ ਸਰਕਾਰ ਵਧੀਆ ਨਹੀਂ ਚੱਲ ਰਹੀ, ਠੀਕ ਹੈ ਜੀ, ਤਾਂ ਉਦੋਂ ਕਿਹੜੇ ਆਰਟੀਕਲ ਦੇ ਤਹਿਤ ਉਸ ਨੂੰ ਰਾਸ਼ਟਰਪਤੀ ਪ੍ਰਸ਼ਾਸਨ ਜਿਹੜਾ ਸੰਭਾਲਦਾ? ਠੀਕ ਹੈ ਜੀ। ਤਾਂ ਉਹ ਆਰਟੀਕਲ ਹੈ 356। ਇਹ ਆਪਾਂ ਪਹਿਲਾਂ ਹੀ ਡਿਸਕਸ ਕਰ ਚੁੱਕੇ ਹਾਂ, ਇਹ ਯਾਦ ਰੱਖਣੇ ਨੇ। ਅਗਲਾ ਕੁਐਸਚਨ ਇਹ ਹੈ, ਰਾਸ਼ਟਰਪਤੀ ਆਰਡੀਨੈਂਸਾਂ ਰਾਹੀਂ ਕਾਨੂੰਨ ਬਣਾ ਸਕਦਾ ਹੈ? ਭਾਰਤ ਦੇ ਸੰਵਿਧਾਨ ਦੇ ਵਿੱਚ ਆਰਟੀਕਲ 123 1 2 3 ਆਰਡੀਨੈਂਸ ਦਾ ਜ਼ਿਕਰ ਕੀਤਾ ਗਿਆ ਜੋ ਰਾਸ਼ਟਰਪਤੀ ਜਾਂ ਗਵਰਨਰ ਇਸ਼ੂ ਕਰਦੇ ਨੇ। ਠੀਕ ਹੈ ਜੀ। ਰਾਸ਼ਟਰਪਤੀ ਪਾਰਲੀਮੈਂਟ ਨੂੰ ਇਸ਼ੂ ਕਰਦਾ। ਕਦੋਂ ਕਰਦਾ? ਜਦੋਂ ਸੰਸਦ ਦੀ ਮੀਟਿੰਗ ਨਾ ਹੋ ਰਹੀ ਹੋਵੇ ਤਾਂ ਉਸ ਸਮੇਂ ਜੇਕਰ ਕਿਸੇ ਕਾਨੂੰਨ ਦੀ ਜ਼ਰੂਰਤ ਹੈ ਤਾਂ ਰਾਸ਼ਟਰਪਤੀ ਆਰਡੀਨੈਂਸ ਜਾਰੀ ਕਰਦਾ 123 ਆਰਟੀਕਲ ਦੇ ਤਹਿਤ। ਠੀਕ ਹੈ ਜੀ। ਜਿਸ ਨਾਲ ਕੋਈ ਵੀ ਕਾਨੂੰਨ ਹੈ ਉਹ ਬਣਾਇਆ ਜਾ ਸਕਦਾ ਹੈ ਅਤੇ ਉਸ ਨੂੰ ਉਸ ਤੋਂ ਬਾਅਦ ਜਦੋਂ ਮੀਟਿੰਗ ਹੋਊਗੀ ਪਾਰਲੀਮੈਂਟ ਦੇ ਵਿੱਚ ਜਾਂ ਵਿਧਾਨ ਸਭਾ ਦੇ ਵਿੱਚ ਤਾਂ ਉਸ ਨੂੰ ਡਿਸਕਸ਼ਨ ਦੇ ਨਾਲ ਪਾਸ ਕੀਤਾ ਜਾ ਸਕਦਾ ਹੈ। ਅਗਲਾ ਕੁਐਸਚਨ ਦੇਖਦੇ ਹਾਂ। ਉਪ ਰਾਸ਼ਟਰਪਤੀ ਬਣਨ ਲਈ ਹੇਠ ਲਿਖਿਆਂ ਵਿੱਚੋਂ ਕਿਹੜੀ ਯੋਗਤਾ ਜ਼ਰੂਰੀ ਨਹੀਂ ਹੈ? ਠੀਕ ਹੈ ਜੀ। ਨਹੀਂ ਹੈ ਪੁੱਛਿਆ, ਕਿਹੜੀ ਯੋਗਤਾ ਨਹੀਂ ਹੈ ਜੀ? ਉਹ ਹੈਗੀ ਜੀ ਲਾਜ਼ਮੀ ਤੌਰ 'ਤੇ ਗ੍ਰੈਜੂਏਟ ਹੋਣਾ ਚਾਹੀਦਾ ਹੈ। ਇਹ ਯੋਗਤਾ ਹੈ ਨਹੀਂ ਐਜੂਕੇਸ਼ਨ ਦੀ। ਪੋਲੀਟਿਕਸ ਦੇ ਜਾਂ ਪੋਲੀਟੀਕਲ ਸਿਸਟਮ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ
ਕੋਈ ਵੀ ਪੋਲੀਟੀਸ਼ੀਅਨ ਬਣ ਸਕਦਾ ਹੈ, ਨੇਤਾ ਬਣ ਸਕਦਾ ਹੈ, ਚਾਹੇ ਉਹ ਅਨਪੜ੍ਹ ਹੋਵੇ। ਠੀਕ ਹੈ ਜੀ। ਤਾਂ ਉਹ ਲਾਜ਼ਮੀ ਤੌਰ 'ਤੇ ਗ੍ਰੈਜੂਏਟ ਹੋਣਾ ਜ਼ਰੂਰੀ ਨਹੀਂ ਹੈ। ਉਸ ਦੀ 35 ਸਾਲ ਤੋਂ ਘੱਟ ਉਮਰ ਨਹੀਂ ਹੋਣੀ ਚਾਹੀਦੀ। ਉਹ ਰਾਜ ਸਭਾ ਦਾ ਮੈਂਬਰ ਹੋਣ ਦੇ ਯੋਗ ਹੋਣਾ ਚਾਹੀਦਾ, ਕਿਉਂਕਿ ਅਤੇ ਉਹ ਭਾਰਤ ਦਾ ਨਾਗਰਿਕ ਹੋਣਾ ਜ਼ਰੂਰੀ ਹੈ। ਅਗਲਾ ਕੁਐਸ਼ਨ ਦੇਖਦੇ ਹਾਂ, ਭਾਰਤ ਦੇ ਸੰਵਿਧਾਨ ਵਿੱਚ ਐਮਰਜੈਂਸੀ ਦੀਆਂ ਕਿੰਨੀਆਂ ਕਿਸਮਾਂ ਦੀ ਕਲਪਨਾ ਕੀਤੀ ਗਈ ਹੈ? ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ, 3 ਕਿਸਮਾਂ ਦੀ ਐਮਰਜੈਂਸੀ ਹੈ, ਉਸ ਦਾ ਜ਼ਿਕਰ ਹੋਇਆ, ਪ੍ਰੋਵੀਜ਼ਨ ਕੀਤੀ ਗਈ ਹੈ ਐਮਰਜੈਂਸੀ ਦੀ ਕੰਸਟੀਟਿਊਸ਼ਨ ਦੇ ਵਿੱਚ। 3 ਕਿਸਮਾਂ ਨੇ ਜੀ, 352, 356, 360। ਠੀਕ ਹੈ ਜੀ। ਅਗਲਾ ਕੁਐਸ਼ਨ ਦੇਖਦੇ ਹਾਂ, ਉਪ ਰਾਸ਼ਟਰਪਤੀ ਦੇ ਵਿਰੁੱਧ ਮਹਾਦੋਸ਼ ਦੀ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ। ਕਿੱਥੇ ਕੀਤੀ ਜਾ ਸਕਦੀ ਹੈ? ਲੋਕ ਸਭਾ ਹੁੰਦੀ ਹੈ ਇੱਕ, ਰਾਜ ਸਭਾ ਹੁੰਦੀ ਹੈ। ਉਪ ਰਾਸ਼ਟਰਪਤੀ ਚੇਅਰਮੈਨ ਹੁੰਦਾ ਹੈ ਰਾਜ ਸਭਾ ਦਾ। ਤਾਂ ਇੱਥੋਂ ਯਾਦ ਰੱਖਣਾ ਹੈ, ਉਸ ਦੇ ਖਿਲਾਫ ਜਦੋਂ ਵੀ ਇੰਪੀਚਮੈਂਟ ਜਾਂ ਮਹਾਦੋਸ਼ ਲੱਗਣਾ ਹੈ ਤਾਂ ਉਹ ਸਿਰਫ ਰਾਜ ਸਭਾ ਤੋਂ ਹੀ ਸਟਾਰਟ ਹੋਊਗਾ, ਜਿੱਥੇ ਦਾ ਉਹ ਚੇਅਰਮੈਨ ਹੁੰਦਾ। ਠੀਕ ਹੈ ਜੀ। ਰਾਜ ਸਭਾ ਦਾ ਉਹ ਚੇਅਰਮੈਨ ਹੁੰਦਾ, ਐਕਸ ਓਫੀਸ਼ੀਓ ਕਹਿੰਦੇ ਨੇ, ਅਤੇ ਉਸ ਦੇ ਵਿੱਚ ਹੀ, ਉਸੇ ਹਾਊਸ ਦੇ ਵਿੱਚ ਹੀ ਉਸ ਦੇ ਖਿਲਾਫ ਇੰਪੀਚਮੈਂਟ ਦਾ ਜਿਹੜਾ ਮਹਾਦੋਸ਼ ਦੀ ਕਾਰਵਾਈ ਹੈ ਉਹ ਸ਼ੁਰੂ ਕੀਤੀ ਜਾ ਸਕਦੀ ਹੈ। ਅਗਲਾ ਕੁਐਸ਼ਨ ਦੇਖਦੇ ਹਾਂ, ਜੰਮੂ ਕਸ਼ਮੀਰ ਦੇ ਰਾਜਪਾਲ ਦੀ ਨਿਯੁਕਤੀ ਕੌਣ ਕਰਦਾ ਹੈ? ਦੇਖੋ ਜੀ, ਸਾਰੇ ਕਿਤੇ ਜਿੱਥੇ ਵੀ ਰਾਜਪਾਲ ਦੀ ਨਿਯੁਕਤੀ ਕਰਨੀ ਹੁੰਦੀ ਹੈ, ਰਾਸ਼ਟਰਪਤੀ ਹੀ ਕਰਦਾ ਹੈ। ਰਾਸ਼ਟਰਪਤੀ ਜੰਮੂ ਕਸ਼ਮੀਰ ਦੇ ਰਾਜਪਾਲ ਦੀ ਵੀ ਨਿਯੁਕਤੀ ਕਰਦਾ ਹੈ। ਜੰਮੂ ਅਤੇ ਕਸ਼ਮੀਰ ਦੇ ਜੋ ਲੈਫਟੀਨੈਂਟ ਗਵਰਨਰ ਨੇ, ਕਿਉਂਕਿ ਉਹ ਡਿਊਟੀ ਹੈ ਨਾ, ਲੈਫਟੀਨੈਂਟ ਗਵਰਨਰ ਕੌਣ ਨੇ? ਉਹ ਹੈਗੇ ਨੇ ਮਨੋਜ ਸਿਨਹਾ। ਮਨੋਜ ਸਿਨਹਾ। ਠੀਕ ਹੈ ਜੀ। ਅਗਲਾ ਕੁਐਸ਼ਨ ਦੇਖਦੇ ਹਾਂ, ਭਾਰਤ ਦੇ ਰਾਸ਼ਟਰਪਤੀ ਨੂੰ ਉਸ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। ਰਾਸ਼ਟਰਪਤੀ ਨੂੰ ਕਿਵੇਂ ਕਿੱਥੇ ਹਟਾਇਆ ਜਾ ਸਕਦਾ ਹੈ? ਕੌਣ ਹਟਾ ਸਕਦਾ ਹੈ ਰਾਸ਼ਟਰਪਤੀ ਨੂੰ? ਉਹ ਹਟਾ ਸਕਦੀ ਹੈ ਸੰਸਦ, ਪਾਰਲੀਮੈਂਟ ਦੇ ਵਿੱਚ। ਇੰਪੀਚਮੈਂਟ ਦਾ ਜਿਹੜਾ ਪ੍ਰੋਸੀਡਿੰਗ ਹੈ ਉਹ ਪੇਸ਼ ਕੀਤੀ ਜਾਂਦੀ ਹੈ 14 ਦਿਨ ਦਾ ਨੋਟਿਸ ਦੇਣ ਤੋਂ ਬਾਅਦ। ਠੀਕ ਹੈ ਜੀ। ਔਰ ਲੋਕ ਸਭਾ ਦੇ ਵਿੱਚ, ਸੰਸਦ ਦੇ ਵਿੱਚ ਜਾਂ ਰਾਜ ਸਭਾ ਦੇ ਵਿੱਚ ਕਿਤੋਂ ਵੀ ਸਟਾਰਟ ਹੋ ਸਕਦੀ ਹੈ। ਠੀਕ ਹੈ ਜੀ। ਆਰਟੀਕਲ 61 ਦੇ ਤਹਿਤ। ਅਗਲਾ ਕੁਐਸ਼ਨ ਦੇਖਦੇ ਹਾਂ, ਇਸ ਦੇ ਵਿੱਚ ਇਹ ਹੈ ਕਿ ਜਦੋਂ ਰਾਸ਼ਟਰਪਤੀ ਕੋਲ ਬਿੱਲ ਪਾਸ ਕਰਕੇ ਭੇਜਿਆ ਜਾਂਦਾ ਹੈ ਅਤੇ ਉਹ ਮੁੜ ਵਿਚਾਰ ਲਈ ਪਾਰਲੀਮੈਂਟ ਵਿੱਚ ਵਾਪਸ ਭੇਜ ਦਿੰਦਾ ਹੈ ਆਪਣੀ ਮਰਜ਼ੀ ਦੇ ਨਾਲ, ਅਤੇ ਦੁਬਾਰਾ ਪਾਰਲੀਮੈਂਟ ਉਸ ਨੂੰ ਪਾਸ ਕਰਕੇ ਰਾਸ਼ਟਰਪਤੀ ਕੋਲ ਭੇਜ ਦਿੰਦੀ ਹੈ, ਤਾਂ ਕੀ ਹੁੰਦਾ? ਤਾਂ ਪਹਿਲਾਂ ਹੀ ਦੱਸ ਚੁੱਕਿਆ ਕਿ ਉਹ ਬਿੱਲ ਨੂੰ ਮਨਜ਼ੂਰੀ ਦਿੰਦਾ ਹੈ। ਠੀਕ ਹੈ ਜੀ। ਉਸ ਨੂੰ ਦੂਜੀ ਵਾਰ ਮਨਜ਼ੂਰੀ ਦੇਣੀ ਹੀ ਪੈਂਦੀ ਹੈ ਹਰ ਹਾਲ ਦੇ ਵਿੱਚ।